ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰਾ ਨਾਲੇ। ਸਾਥ ਤੇਰਾ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਿਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਹੈ ਜੋ ਆਪ ਜੀ ਨੇ ਉਦਮ ਉਪਰਾਲੇ ਕੀਤੇ ਨੇ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਵਚਨਾਂ ਦੇ ਨਾਲ ਆਪਾਂ ਰਲ ਮਿਲ ਕੇ ਸਾਂਝ ਪਾਵਾਂਗੇ ਉਹ ਵਚਨ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਇਹਨਾਂ ਵਚਨਾਂ ਦੇ ਰਾਹੀਂ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹਲਾ ਪੰਜਵਾ। ਬਿਖੈ ਰਾਜਤੀ ਅੰਧਲਾ ਭਾਰੀ ਦੁਖ ਲਾਗੈ ਰਾਮ ਨਾਮ ਚਿਤਾਰੀ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਬਿਖੈ ਰਾਜ ਤੇ ਅੰਧਲਾ ਭਾਰੀ ਦੁਖ ਲਾਗੈ ਰਾਮ ਨਾਮ ਚਿਤਾਰੀ। ਤੇ ਇਹ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ ਉਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਤੇਰੇ ਦਾਸ ਕਉ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ। ਤੇਰੀ ਦਾਸ ਕਉ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ। ਤੇਰੇ ਦਾਸ ਕਉ, ਕਉ ਦਾ ਭਾਵ ਹੁੰਦਾ ਹੈ ਨੂੰ, ਤੁਹੀ ਦਾ ਭਾਵ ਹੁੰਦਾ ਹੈ ਤੇਰਾ ਨਾਮ ਹੀ, ਮਗਨ ਦਾ ਭਾਵ ਹੁੰਦਾ ਹੈ ਮਸਤ, ਨਰਕ ਦਾ ਭਾਵ ਹੁੰਦਾ ਹੈ ਨਰਕ ਦੇ ਵਿੱਚ। ਸਤਿਗੁਰੂ ਅਰਜਨ ਦੇਵ ਮਹਾਰਾਜ
ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ ਲੋਕ ਪਰਲੋਕ ਦੇ ਵਿੱਚ ਇੱਜ਼ਤ ਹੈ। ਤੇਰੇ ਦਾਸ ਦੇ ਵਾਸਤੇ ਹੀ ਤੇਰਾ ਨਾਮ ਹੀ ਲੋਕ ਪਰਲੋਕ ਦੇ ਵਿੱਚ ਇੱਜ਼ਤ ਹੈ। ਤੇ ਤੇਰਾ ਦਾਸ ਜਾਣਦਾ ਹੈ ਕਿ ਮਾਇਆ ਦੇ ਵਿੱਚ ਮਸਤ ਮਨੁੱਖ ਨੂੰ ਮਾਇਆ ਨਰਕ ਦੇ ਵਿੱਚ ਲੈ ਜਾਂਦੀ ਹੈ, ਤੇ ਇਹ ਮਾਇਆ ਮਨੁੱਖ ਨੂੰ ਸਦਾ ਵਾਸਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਖੀ ਕਰਦੀ ਰਹਿੰਦੀ ਹੈ। ਤੇ ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ ਕਿ ਵਿਖੈ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੈ RAM ਨਾਮ ਚਿਤਾਰੀ। ਵਿਖੈ ਰਾਜ ਦੇ ਭਾਵ ਹੁੰਦਾ ਵਿਸਿਆਂ ਦੇ ਪ੍ਰਭਾਵ ਦੇ ਨਾਲ। ਅੰਧਲਾ ਦਾ ਭਾਵ ਹੁੰਦਾ ਸਾਧ ਸੰਗਤ ਜੀ ਵਿਕਾਰਾਂ ਦੇ ਵਿੱਚ ਅੰਨਾ ਹੋਇਆ ਮਨੁੱਖ। ਦੁੱਖ ਦਾ ਭਾਵ ਹੁੰਦਾ ਦੁੱਖ ਦੇ ਵਿੱਚ। ਲਾਗੈ ਦਾ ਭਾਵ ਹੁੰਦਾ ਲੱਗਦਾ ਹੈ, ਫਸਦਾ ਹੈ। ਚਿਤਾਰੀ ਦਾ ਭਾਵ ਹੁੰਦਾ ਚਿਤਾਰਦਾ, ਯਾਦ ਕਰਦਾ। ਗੁਰੂ ਪਾਤਸ਼ਾਹ ਕਹਿੰਦੇ ਹੇ ਭਾਈ, ਵਿਸਿਆਂ ਦੇ ਪ੍ਰਭਾਵ ਦੇ ਨਾਲ, ਮਾੜੇ ਕਰਮਾਂ ਦੇ ਪ੍ਰਭਾਵ ਦੇ ਨਾਲ ਇਹ ਮਨੁੱਖ ਵਿਕਾਰਾਂ ਦੇ ਵਿੱਚ ਫਸਦਾ। ਇਹ ਮਨੁੱਖ ਵਿਕਾਰਾਂ ਦੇ ਵਿੱਚ ਬਹੁਤ ਅੰਨਾ ਹੋ ਜਾਂਦਾ ਹੈ, ਮਾੜਿਆਂ ਕਰਮਾਂ ਦੇ ਵਿੱਚ। ਜਦੋਂ ਮਨੁੱਖ ਮਾੜੇ ਕਰਮ ਕਰਨ ਲੱਗਦਾ ਹੈ ਨਾ, ਜਦੋਂ ਮਨੁੱਖ ਮਾੜਿਆਂ ਕਰਮਾਂ ਦੇ ਵਿੱਚ ਅੰਨਾ ਹੋ ਜਾਂਦਾ ਹੈ, ਫਿਰ ਉਹਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਪਰਮਾਤਮਾ ਉਹਨੂੰ ਚੇਤੇ ਨਹੀਂ ਰਹਿੰਦਾ। ਪਰ ਵਿਕਾਰਾਂ ਦੇ ਕਾਰਨ ਜਦੋਂ ਉਹ ਦੁੱਖ ਦੇ ਵਿੱਚ ਫਸਦਾ ਹੈ ਨਾ, ਮਨੁੱਖ ਮਾੜਿਆਂ ਕਰਮਾਂ ਕਰਕੇ ਦੁੱਖ ਦੇ ਵਿੱਚ ਫਸਦਾ ਹੈ, ਫਿਰ ਮਨੁੱਖ ਪਰਮਾਤਮਾ ਨੂੰ ਚੇਤੇ ਕਰਦਾ ਹੈ। ਜਦੋਂ ਮਾੜਿਆਂ ਕਰਮਾਂ ਦੇ ਵਿੱਚ ਅੰਨਾ ਹੋ ਜਾਂਦਾ ਮਨੁੱਖ, ਉਦੋਂ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਜਦੋਂ ਦੁੱਖਾਂ ਦੇ ਵਿੱਚ ਫਸ ਜਾਂਦਾ ਹੈ, ਫਿਰ ਪਰਮਾਤਮਾ ਨੂੰ ਚੇਤੇ ਕਰਦਾ ਹੈ ਮਨੁੱਖ। ਸੁਣੋ ਅਗਲੇ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਰੋਗ ਗਿਰਸਤ ਚਿਤਾਰੇ ਨਾਹੋ, ਬਿਖ ਮਾਤੀ ਕਾ ਠੌਰ ਨਾ ਠਾਹੋ। ਰੋਗ ਗਿਰਸਤ ਚਿਤਾਰੇ ਨਾਓ, ਬਿਖ ਮਾਤੇ ਕਾ ਠੌਰ ਨਾ ਠਾਓ। ਗ੍ਰਸਤ ਦਾ ਭਾਵ ਹੁੰਦਾ ਹੈ ਘਿਰਿਆ ਹੋਇਆ। ਬਿਖ ਦਾ ਭਾਵ ਹੁੰਦਾ ਹੈ ਬੇਕਾਰਾਂ ਦੀ ਜ਼ਹਿਰ। ਮਾਤੇ ਦਾ ਭਾਵ ਹੁੰਦਾ ਹੈ ਮਸਤ ਹੋਏ ਦਾ। ਠੌਰ ਠਾਉ ਦਾ ਭਾਵ ਹੁੰਦਾ ਹੈ ਥਾਂ ਦਿੱਤਾ ਨਾਮ ਨਿਸ਼ਾਨ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਰੋਗਾਂ ਦੇ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ। ਸੁੱਖ ਦੇ ਵਿੱਚ ਪਰਮਾਤਮਾ ਨੂੰ ਇਹ ਮਨੁੱਖ ਯਾਦ ਨਹੀਂ ਕਰਦਾ। ਜਦੋਂ ਮਨੁੱਖ ਦੁੱਖਾਂ ਦੇ ਵਿੱਚ ਹੁੰਦਾ ਹੈ ਨਾ, ਦੁਖੀ ਵੇਲੇ ਫਿਰ ਪਰਮਾਤਮਾ ਨੂੰ ਯਾਦ ਕਰਦਾ ਹੈ। ਜਦੋਂ ਮਨੁੱਖ ਕਿਸੇ ਭਿਆਨਕ ਰੋਗ ਤੋਂ ਪੀੜਤ ਹੋ ਜਾਂਦਾ ਹੈ, ਕੋਈ ਐਸਾ ਭਿਆਨਕ ਰੋਗ ਲੱਗ ਗਿਆ ਮਨੁੱਖ ਨੂੰ, ਜਦੋਂ ਮਨੁੱਖ ਭਿਆਨਕ ਰੋਗ ਦੇ ਨਾਲ ਗ੍ਰਸਤ ਹੋ ਗਿਆ ਨਾ, ਤੇ ਫਿਰ ਪਰਮਾਤਮਾ ਨੂੰ ਚੇਤੇ ਕਰਦਾ ਹੈ। ਤੇ ਸੁੱਖ ਦੇ ਵੇਲੇ ਪਰਮਾਤਮਾ ਨੂੰ ਇਹ ਮਨੁੱਖ ਯਾਦ ਨਹੀਂ ਕਰਦਾ।
ਰੋਗਾਂ ਦੇ ਨਾਲ ਘਿਰਿਆ ਹੋਇਆ ਮਨੁੱਖ ਨਾ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਪਰ ਵਿਕਾਰਾਂ ਦੀ ਜ਼ਹਿਰ ਵਿੱਚ ਮਸਤ ਹੋਏ ਮਨੁੱਖ ਦੇ ਆਤਮਿਕ ਜੀਵਨ ਦਾ ਕਿਤੇ ਨਾਮ ਨਿਸ਼ਾਨ ਨਹੀਂ ਲੱਭਦਾ ਤੇ ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਿਕ ਜੀਵਨ ਨੂੰ ਮਾਰ ਮੁਕਾਉਂਦੀ ਹੈ। ਜੇ ਇਹ ਮਨੁੱਖ ਪਰਮਾਤਮਾ ਨੂੰ ਸੁੱਖਾਂ ਦੇ ਵੇਲੇ ਵੀ ਯਾਦ ਕਰਦਾ ਰਹੇ, ਦੁੱਖਾਂ ਵੇਲੇ ਤਾਂ ਯਾਦ ਕਰਦੀ ਹੈ, ਜਦੋਂ ਕਿਸੇ ਰੋਗ ਤੋਂ ਪੀੜਤ ਹੋ ਜਾਂਦਾ ਉਦੋਂ ਯਾਦ ਕਰਦਾ, ਪਰ ਜੇ ਇਹ ਮਨੁੱਖ ਸੁੱਖਾਂ ਵੇਲੇ ਵੀ ਪਰਮਾਤਮਾ ਨੂੰ ਯਾਦ ਕਰੇ, ਪਰਮਾਤਮਾ ਦੇ ਨਾਮ ਨੂੰ ਸਿਮਰਦਾ ਰਹੇ, ਤੇ ਫਿਰ ਰੋਗ ਇਸ ਮਨੁੱਖ ਦੇ ਨੇੜੇ ਵੀ ਨਹੀਂ ਆਉਂਦੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ, ਚਰਨ ਕਮਲ ਸਿਉ ਲਾਗੀ ਪ੍ਰੀਤਾ, ਆਨ ਸੁਖਾਂ ਨਹੀਂ ਆਵੈ ਚੀਤਾ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੈ ਚੀਤ। ਸਿਉਂ ਦਾ ਭਾਵ ਹੁੰਦਾ ਨਾਲ, ਆਨ ਦਾ ਭਾਵ ਹੁੰਦਾ ਹੋਰ ਹੋਰ, ਚੀਤ ਦਾ ਭਾਵ ਹੁੰਦਾ ਚਿੱਤ ਦੇ ਵਿੱਚ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ, ਪਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਜਿਸ ਮਨੁੱਖ ਦੀ ਪ੍ਰੀਤ ਬਣ ਜਾਂਦੀ ਹੈ, ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁੱਖ ਫਿਰ ਚੇਤੇ ਨਹੀਂ ਰਹਿੰਦੇ ਆ। ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਗਿੱਝ ਜਾਂਦਾ ਹੈ, ਪਰਮਾਤਮਾ ਦੇ ਨਾਮ ਨੂੰ ਜਿਹੜਾ ਮਨੁੱਖ ਸਿਮਰਨ ਕਰਦਾ ਰਹਿੰਦਾ ਹੈ, ਸਿਮਰਦਾ ਰਹਿੰਦਾ ਹੈ, ਉਸ ਮਨੁੱਖ ਨੂੰ ਦੁਨੀਆ ਦੇ ਹੋਰ ਸਾਰੇ ਸੁੱਖ ਫਿਰ ਚੇਤੇ ਨਹੀਂ ਰਹਿੰਦੇ। ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਹੀ ਮਗਨ ਰਹਿਣ ਲੱਗ ਪੈਂਦਾ ਹੈ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰ ਜਾਮੀ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰ ਜਾਮੀ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਸਦਾ ਸਦਾ ਸਿਮਰੋ। ਸਿਮਰੋ ਦਾ ਭਾਵ ਹੁੰਦਾ ਸਾਧ ਸੰਗਤ ਜੀ, ਮੈਂ ਸਿਮਰਾਂ। ਪ੍ਰਭ ਦਾ ਭਾਵ ਹੁੰਦਾ ਹੇ ਪਰਮੇਸ਼ਰ। ਅੰਤਰਜਾਮੀ ਦਾ ਭਾਵ ਹੁੰਦਾ ਸਭ ਦੇ ਦਿਲਾਂ ਦੀ ਜਾਣਨ ਵਾਲੇ, ਉਹਨੂੰ ਕਹਿੰਦੇ ਨੇ ਅੰਤਰਜਾਮੀ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਨਾਨਕ, ਪਰਮਾਤਮਾ ਦੀ ਦਰ ਤੇ ਅਰਦਾਸ ਕਰ ਤੇ ਆਖ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਹੇ ਸੁਆਮੀ, ਹੇ ਅੰਤਰਜਾਮੀ ਪਰਮਾਤਮਾ, ਮੈਨੂੰ ਮਿਲ। ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾ, ਤੇਰੀ ਬੰਦਗੀ ਦੇ ਵਿੱਚ ਸਦਾ ਵਾਸਤੇ ਹੀ ਜੁੜਿਆ ਰਹਾ। ਆ ਅਰਦਾਸ ਕਰ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਗੌੜੀ ਮਹਲਾ ਪੰਜਵਾ, ਆਠ ਪਹਿਰਾ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਈ ਨਿਵਾਰੇ। ਗੌੜੀ ਮਹਲਾ ਪੰਜਵਾ। ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਈ ਨਿਵਾਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ।
ਤੇ ਜੇ ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਇਸ ਸ਼ਬਦ ਦਾ ਕੇਂਦਰੀ ਭਾਵ ਹੈ ਸੈਂਟਰ ਆਈਡੀਆ ਜਿਹੜਾ, ਉਹਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ ਕਰਦੇ ਨੇ। ਐਸਾ ਹਰ ਰਸ ਰਮੋ ਸਭ ਕੋਈ, ਸਰਬ ਕਲਾ ਪੂਰਨਾ ਪ੍ਰਭ ਸੋਈ ਰਹਾਉ। ਐਸਾ ਹਰ ਰਸ ਰਮੋ ਸਭ ਕੋਈ, ਸਰਬ ਕਲਾ ਪੂਰਨ ਪ੍ਰਭ ਸੋਈ ਰਹਾਉ। ਰਮ ਹੋਣ ਦਾ ਭਾਵ ਹੁੰਦਾ ਸਤਸੰਗੀ ਮਾਣੋ। ਸਭ ਕੋਈ ਦਾ ਭਾਵ ਹੁੰਦਾ ਹਰੇਕ ਜੀਵ। ਕਲਾ ਦਾ ਭਾਵ ਹੁੰਦਾ ਤਾਕਤ। ਸੋਏ ਦਾ ਭਾਵ ਹੁੰਦਾ ਉਹ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਬਾਣੀਆਂ ਪੰਕਤੀਆਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਉਹ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ। ਸਾਰੀਆਂ ਤਾਕਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਨੇ। ਤੇ ਜਿਹੜਾ ਮਨੁੱਖ ਉਸ ਪਰਮਾਤਮਾ ਦਾ ਪੱਲਾ ਫੜਦਾ, ਲੜ ਲੱਗਦਾ ਉਸ ਪਰਮਾਤਮਾ ਦੇ, ਜਿਹੜਾ ਮਨੁੱਖ ਆ, ਉਹ ਕਿਸੇ ਬੇਕਾਰ ਨੂੰ ਉਸਦੇ ਨੇੜੇ ਨਹੀਂ ਟਿਕਾਉਣ ਦਿੰਦਾ। ਹਰੇਕ ਜੀਵ ਅਜਿਹੀ ਸਮਰੱਥਾ ਵਾਲੇ ਪਰਮਾਤਮਾ ਦੇ ਨਾਮ ਦਾ ਰਸ ਮਾਣਦੇ ਰਹਿਣਾ ਚਾਹੀਦਾ ਹੈ। ਜਿਹੜੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਜਿਹੜਾ ਐਸੇ ਪਰਮਾਤਮਾ ਦਾ ਲੜ ਫੜਦਾ ਹੈ, ਪੱਲੇ ਲੱਗਦਾ, ਜਿਹੜਾ ਐਸੇ ਪਰਮਾਤਮਾ ਦੇ, ਫਿਰ ਉਸ ਨੂੰ ਕੋਈ ਮਾੜਾ ਵਿਚਾਰ ਸੋਚਦੇ ਨਹੀਂ ਤੇ ਮਾੜੇ ਵਿਚਾਰ ਉਹ 'ਤੇ ਕੋਈ ਅਸਰ ਹੀ ਨਹੀਂ ਪਾ ਸਕਦੇ। ਤੇ ਹਰੇਕ ਜੀਵ ਨੂੰ ਬੇਕਾਰਾਂ ਤੋਂ ਬਚਣ ਵਾਸਤੇ ਐਸੇ ਪਰਮਾਤਮਾ ਦੇ ਨਾਮ ਰਸ ਦਾ ਆਨੰਦ ਮਾਣਨਾ ਚਾਹੀਦਾ ਹੈ। ਤੇ ਸਤਿਗੁਰੂ ਸਭ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਈ ਨਿਬਾਰੇ। ਸੰਗੀ ਦਾ ਭਾਵ ਹੁੰਦਾ ਸਤਸੰਗੀ, ਸਾਥੀ। ਬਟਵਾਰੇ ਦਾ ਭਾਵ ਹੁੰਦਾ ਡਾਕੂ, ਬਾਟ ਮਾਰੇ, ਰਾਹਜਨ, ਉਹਨੂੰ ਕਹਿੰਦੇ ਨੇ ਬਟਵਾਰੇ। ਕਰ ਦਾ ਭਾਵ ਹੁੰਦਾ ਕਰਕੇ। ਪ੍ਰਭ ਦਾ ਭਾਵ ਹੁੰਦਾ ਪਰਮੇਸ਼ਰ ਨੇ। ਲਏ ਨਿਵਾਰੇ ਦਾ ਭਾਵ ਹੁੰਦਾ ਦੂਰ ਕਰ ਦਿੱਤੇ। ਪਾਤਸ਼ਾਹ ਕਹਿੰਦੇ ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਈ ਨਿਬਾਰੇ। ਸਤਿਗੁਰੂ ਕਹਿੰਦੇ ਹੇ ਭਾਈ, ਪੰਜੇ ਡਾਕੂ ਅਠੇ ਪਹਿਰ ਮਨੁੱਖ ਦੇ ਨਾਲ ਸਾਥੀ ਬਣੇ ਰਹਿੰਦੇ ਨੇ। ਪੰਜੇ ਸਾਥੀ ਜਿਹੜੇ ਡਾਕੂ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਡਾਕੂ ਨੇ। ਤੇ ਆਪਣੇ ਸਮੇਂ ਦੀ ਤਾਂਘ ਦੇ ਵਿੱਚ ਰਹਿੰਦੇ ਨੇ ਇਹ। ਵੀ ਜਦੋਂ ਮਨੁੱਖ ਅਵੇਸਲਾ ਹੋ ਗਿਆ ਨਾ, ਹੁਣ ਜਿਹੜੇ ਚੋਰ ਨੇ, ਸਾਸਨੀ ਡਾਕੂ ਨੇ, ਉਹ ਕਿਹਨਾਂ ਦੇ ਘਰਾਂ ਵਿੱਚ ਚੋਰੀ ਕਰਦੇ ਨੇ? ਜਿਹੜੇ ਲੋਕ ਅਵੇਸਲੇ ਹੋ ਜਾਂਦੇ ਨੇ। ਜਿਹੜੇ ਮਨੁੱਖ ਅਲਰਟ ਰਹਿੰਦੇ ਨੇ, ਹੁਸ਼ਿਆਰ ਰਹਿੰਦੇ ਨੇ, ਉਹਨਾਂ ਦੇ ਘਰ ਨਹੀਂ ਚੋਰ ਲੱਗਦੇ। ਉਹ ਇਹੀ ਹਾਲਤ ਇਸ ਮਨੁੱਖ ਦੀ ਹੈ। ਮਨੁੱਖ ਜਦੋਂ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਹੈ ਨਾ, ਜਦੋਂ ਅਵੇਸਲਾ ਹੋ ਜਾਂਦਾ ਹੈ, ਸੁਸਤੀ ਦਾ, ਆਲਸੀ ਦਾ ਆਦੀ ਹੋ ਜਾਂਦਾ, ਜਦੋਂ ਮਨੁੱਖ ਆ, ਉਸ ਮਨੁੱਖ ਦੇ ਹਿਰਦੇ ਘਰ ਦੇ ਵਿੱਚ ਫਿਰ ਇਹ ਡਾਕੂ ਆਪਣਾ ਪਾੜ ਲਾ ਲੈਂਦੇ ਨੇ ਪੰਜੇ।
ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿਹੜਾ ਮਨੁੱਖ ਅਲਰਟ ਰਹਿੰਦਾ, ਹੁਸ਼ਿਆਰ ਰਹਿੰਦਾ, ਭਾਵ ਪਰਮਾਤਮਾ ਦੀ ਲੜ ਲੱਗਿਆ ਰਹਿੰਦਾ, ਜਿਹੜਾ ਮਨੁੱਖ ਆ, ਉਹਨਾਂ ਤੇ ਇਹ ਚੋਰ ਆਪਣਾ ਵਾਰ ਨਹੀਂ ਕਰ ਸਕਦੇ, ਚੋਰੀ ਨਹੀਂ ਕਰ ਸਕਦੇ, ਉਹਦੇ ਹਿਰਦੇ ਘਰ ਨੂੰ ਪਾੜ ਨਹੀਂ ਲਾ ਸਕਦੇ। ਤੇ ਸਾਥੀ ਤਾਂ ਇਹ ਹਰ ਵੇਲੇ ਕੋਲੇ ਰਹਿੰਦੇ ਨੇ, ਪਰ ਇਹ ਮਨੁੱਖ ਦੇ ਸਮੇਂ ਦੀ ਤਾਂਘ ਦੇ ਵਿੱਚ ਰਹਿੰਦੇ ਨੇ, ਕਦੋਂ ਮਨੁੱਖ ਅਵਿਸਲਾ ਹੋਵੇ। ਇਸਦੇ ਆਤਮਿਕ ਜੀਵਨ ਉੱਤੇ ਡਾਕਾ ਮਾਰਦੇ ਰਹਿੰਦੇ ਨੇ। ਤੇ ਜਿਨ੍ਹਾਂ ਨੂੰ ਬਚਾਇਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਆਪਣੀ ਕਿਰਪਾ ਕਰਕੇ, ਮਿਹਰ ਕਰਕੇ ਉਸ ਮਨੁੱਖ ਨੂੰ ਬਚਾਇਆ ਜਿਹੜਾ ਉਹਦੇ ਲੜ ਲੱਗਿਆ ਹੋਇਆ ਹੈ। ਸੁਣੋ ਅਗਲੇ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਮਹਾ ਤਪਤ ਸਾਗਰ ਸੰਸਾਰ, ਪ੍ਰਭ ਖਿਨਮੈ ਪਾਰ ਉਤਾਰਨ ਹਾਰ। ਮਹਾ ਤਪਤ ਸਾਗਰ ਸੰਸਾਰ, ਪ੍ਰਭ ਖਿਨਮੈ ਪਾਰ ਉਤਾਰਨ ਹਾਰ। ਤਪਤ ਦਾ ਭਾਵ ਹੁੰਦਾ ਸਤ ਸੰਗੀ, ਤਪਸ਼, ਸੇਕ ਜਾਂ ਸੜਨ ਕਹਿ ਲਓ। ਸਾਗਰ ਦਾ ਭਾਵ ਹੁੰਦਾ ਹੈ ਸਮੁੰਦਰ। ਉਤਾਰਨ ਹਾਰ ਦਾ ਭਾਵ ਹੁੰਦਾ ਹੈ ਪਾਰ ਲੰਘਾਉਣ ਦੀ ਤਾਕਤ ਰੱਖਣ ਵਾਲਾ। ਪਾਸਾ ਕਹਿੰਦੇ ਮਹਾ ਤਪਤ ਸਾਗਰ ਸੰਸਾਰ, ਖਿਨਮੈ ਪ੍ਰਭ ਖਿਨਮੈ ਪਾਰ ਉਤਾਰਨ ਹਾਰ। ਸਤਿਗੁਰੂ ਕਹਿੰਦੇ ਹੇ ਭਾਈ, ਇਹ ਜਿਹੜੇ ਪੰਜੇ ਡਾਕੂ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਬੇਕਾਰਾਂ ਦੀ ਸੰਸਾਰ ਸਮੁੰਦਰ ਦੇ ਵਿੱਚ ਬੜੀ ਤਪਸ ਹੈ। ਇਹ ਆਪਣਾ ਬੜਾ ਪ੍ਰਭਾਵ ਛੱਡਦੇ ਨੇ ਮਨੁੱਖ ਤੇ। ਇਹ ਜਿਹੜੇ ਪੰਜੇ ਡਾਕੂ ਨੇ, ਇਹਨਾਂ ਦੇ ਬੇਕਾਰਾਂ ਦੀ ਸੰਸਾਰ ਸਮੁੰਦਰ ਦੇ ਵਿੱਚ ਬੜੀ ਤਪਸ ਹੈ। ਇਸ ਤਪਸ਼ ਤੋਂ ਬਚਣ ਦੇ ਲਈ, ਇਸ ਸੜਨ ਤੋਂ ਬਚਣ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਹਾਰਾ ਲੈਣਾ ਚਾਹੀਦਾ ਮਨੁੱਖ ਨੂੰ, ਇਹਨਾਂ ਤੋਂ ਬਚਣ ਵਾਸਤੇ। ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਖਿਣ ਦੇ ਵਿੱਚ ਇਸ ਸੜਨ ਵਿੱਚੋਂ ਪਾਰ ਲਗਾਉਣ ਦੀ ਤਾਕਤ ਰੱਖਣ ਵਾਲਾ ਹੈ। ਜੇਕਰ ਬਚਾਉਣ ਵਾਲਾ ਹੈ, ਇੱਕ ਇਹਨਾਂ ਦੇ ਪ੍ਰਭਾਵ ਤੋਂ, ਪੰਜੇ ਡਾਕੂਆਂ ਤੋਂ ਬਚਾਉਣ ਵਾਲਾ ਹੈ, ਜਿਹਦੇ ਵਿੱਚ ਤਾਕਤ ਹੈ, ਉਹ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਉਹ ਬਚਾ ਸਕਦਾ ਹੈ ਇਹਨਾਂ ਦੇ ਪ੍ਰਭਾਵ ਤੋਂ ਮਨੁੱਖ ਨੂੰ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ। ਅਨੇਕਾ ਬੰਧਨ ਤੋਰੈ ਨਾਹੀ ਜਾਹੀ, ਸਿਮਰਤ ਨਾਮ ਮੁਕਤ ਫਲ ਪਾਹੀ। ਅਨੇਕਾ ਬੰਧਨ ਤੋਰੈ ਨਹੀਂ ਜਾਏ, ਸਿਮਰਤ ਨਾਮ ਮੁਕਤ ਫਲ ਪਾਹੀ। ਸਿਮਰਤ ਦਾ ਭਾਵ ਹੁੰਦਾ ਹੈ ਸਿਮਰਦਿਆਂ, ਮੁਕਤ ਦਾ ਭਾਵ ਹੁੰਦਾ ਹੈ ਖਲਾਸੀ, ਪਾਹੇ ਦਾ ਭਾਵ ਹੁੰਦਾ ਹੈ ਪ੍ਰਾਪਤ ਕਰ ਲੈਂਦੇ ਨੇ। ਪਾਤਸ਼ਾਹ ਕਹਿੰਦੇ ਅਨੇਕ ਬੰਧਨ ਤੋਰੈ ਨਾਹੀ ਜਾਏ, ਸਿਮਰਤ ਨਾਮ ਮੁਕਤ ਫਲ ਪਾਹੀ। ਹੇ ਭਾਈ, ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ ਅਨੇਕਾਂ ਫਾਹੀਆਂ ਮਨੁੱਖ ਦੇ ਪਾਸੋਂ ਆਪਣੇ ਯਤਨ ਦੇ ਨਾਲ ਇਹ ਤੋੜੀਆਂ ਨਹੀਂ ਜਾ ਸਕਦੀਆਂ। ਬਚਨ ਰਿਪੀਟ ਕਰ ਦਈਏ। ਪਾਤਸ਼ਾਹ ਦੇ ਜਿਹੜੇ ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ ਅਨੇਕਾਂ ਫਾਹੀਆਂ ਨੇ, ਤੇ ਮਨੁੱਖ ਦੇ ਪਾਸੋਂ ਜੇ ਮਨੁੱਖ ਆਪਣੇ ਯਤਨ ਕਰਦਾ ਰਹੇ
ਆਪਣੇ ਯਤਨ ਦੇ ਨਾਲ ਇਹ ਫਾਈਆਂ ਤੋੜੀਆਂ ਨਹੀਂ ਜਾ ਸਕਦੀਆਂ ਮਾਇਆ ਦੇ ਮੋਹ ਦੀਆਂ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦਿਆਂ ਇਹਨਾਂ ਸਾਰੀਆਂ ਫਾਹੀਆਂ ਤੋਂ ਖਲਾਸੀ ਰੂਪ ਫਲ ਪ੍ਰਾਪਤ ਹੋ ਕਰ ਲੈਂਦੇ ਨੇ ਜਿਹੜੇ ਮਨੁੱਖ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਜਿਹੜੇ ਪਰਮਾਤਮਾ ਦੀ ਲੜ ਲੱਗੇ ਹੋਏ ਨੇ, ਉਹ ਇਹਨਾਂ ਤੋਂ ਖਲਾਸੀ ਪਾ ਲੈਂਦੇ ਨੇ। ਉਕਤ ਸਿਆਨ ਪਾ ਇਸ ਤੇ ਕਸ ਨਾਹੀ, ਕਰ ਕਿਰਪਾ ਨਾਨਕ ਗੁਣ ਗਾਹੀ। ਉਕਤ ਸਿਆਨਪ ਇਸ ਤੇ ਕਸ ਨਾਹੀ, ਕਰ ਕਿਰਪਾ ਨਾਨਕ ਗੁਣ ਗਾਹੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ੇ ਕਰ ਦਿੰਦੇ ਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਨਾਨਕ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਅਰਦਾਸ ਕਰ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਅਰਦਾਸ ਕਰ ਤੇ ਪਰਮੇਸ਼ਰ ਨੂੰ ਆਖ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਇਸ ਜੀਵ ਦੇ ਪਾਸੋਂ ਕੋਈ ਅਜਿਹੀ ਸਿਆਣਪ, ਕੋਈ ਅਜਿਹੀ ਦਲੀਲ ਨਹੀਂ ਚੱਲ ਸਕਦੀ ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ। ਇਸ ਜੀਵ ਦੇ ਵੱਸ ਦੇ ਵਿੱਚ ਕੁਛ ਨਹੀਂ ਜੇ ਆ ਡਾਕੂਆਂ ਦੇ ਪ੍ਰਭਾਵ ਤੋਂ ਬਚ ਸਕੇ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੂੰ ਆਪ ਆਪਣੀ ਕਿਰਪਾ ਕਰ। ਜੀਵ ਤੇਰੇ ਗੁਣ ਗਾਵਣ, ਜੇ ਗੁਣ ਗਾਉਣਗੇ ਜੀਵ ਤਾਂ ਇਹ ਪੰਜੇ ਡਾਕੂਆਂ ਦੇ ਪ੍ਰਭਾਵ ਤੋਂ ਬਚ ਕੇ ਰਹਿਣਗੇ। ਜੇ ਤੂੰ ਕਿਰਪਾ ਕਰੇ ਤਾਂ ਇਹ ਜੀਵ ਇਹਨਾਂ ਪੰਜੇ ਡਾਕੂਆਂ ਤੋਂ ਬਚ ਸਕਦੇ ਨੇ, ਤੇਰੇ ਲੜ ਲੱਗ ਕੇ, ਤੇਰੀ ਬੰਦਗੀ ਕਰਕੇ, ਤੇਰਾ ਨਾਮ ਸਿਮਰ ਕੇ। ਇਹਨਾਂ ਦੀ ਤਾਕਤ ਨਹੀਂ ਮਨੁੱਖ ਦੇ ਵਿੱਚ ਜੇ ਇਹਨਾਂ ਤੋਂ ਬਚ ਸਕੇ। ਜੇ ਬਚ ਸਕਦੇ ਨੇ ਮਨੁੱਖ ਇਹਨਾਂ ਡਾਕੂਆਂ ਤੋਂ ਤਾਂ ਉਹ ਤੇਰੀ ਬੰਦਗੀ ਕਰਕੇ, ਤੇਰਾ ਨਾਮ ਜਪ ਕੇ ਬਚ ਸਕਦੇ ਨੇ। ਇਹ ਸੀ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਕੱਲ ਤੋਂ ਫੇਰ ਅਗਲੇ ਬਚਨਾਂ ਦੇ ਨਾਲ ਸਾਂਝ ਪਾਵਾਂਗੇ।